ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਨਿਰਵੈਰ ਸਿੰਘ ਜੀ ਅਰਸ਼ੀ ਵੱਲੋਂ ਗੁਰਮਤਿ ਪ੍ਰਕਾਸ਼ ਵਿੱਚ ਮਸਕੀਨ ਜੀ ਦੀਆਂ ਅਭੁੱਲ ਯਾਦਾਂ ਨੂੰ ਛਪਵਾਇਆ ਗਿਆ ਸੀ। ਉਹ ਲਿਖਤ ਅੱਜ ਆਪ ਜੀ ਨੂੰ ਸੁਣਾ ਰਿਹਾ ਹਾਂ। ਲਿਖਤ ਦਾ ਨਾਮ ਹੈ ਪੰਥ ਦੇ ਅਨਮੋਲ ਰਤਨ ਮਸਕੀਨ ਜੀ ਦੀਆਂ ਕੁਝ ਅਭੁੱਲ ਯਾਦਾਂ। ਆਪ ਜੀ ਲਿਖਦੇ ਹਨ, ਜਾਨ ਓ ਦਿਲ ਉਦਾਸ ਹੈ ਮੇਰੇ, ਉੱਠ ਗਿਆ ਕੌਣ ਪਾਸ ਸੇ ਮੇਰੇ। 18 ਫਰਵਰੀ 2005 ਸ਼ੁੱਕਰਵਾਰ ਸਵੇਰੇ 10:30 ਦੇ ਕਰੀਬ ਟੀਵੀ ਦੇ ETC ਚੈਨਲ ਪੰਜਾਬੀ ਉੱਤੇ ਇਹ ਦੁਖਤ ਸਮਾਚਾਰ ਸੁਣ ਕੇ ਕਿ ਪੰਥ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਡੇ ਵਿਚਕਾਰ ਨਹੀਂ ਰਹੇ ਅਤੇ ਕਾਨਪੁਰ ਪਾਸ ਇਟਾਵਾ ਸ਼ਹਿਰ ਵਿੱਚ ਅਕਾਲ ਚਲਾਣਾ ਕਰ ਗਏ ਹਨ, ਇੱਕ ਵਾਰ ਤਾਂ ਸਾਰਾ ਸਰੀਰ ਹੀ ਸੁੰਨ ਹੋ ਕੇ ਰਹਿ ਗਿਆ। ਇੰਜ ਪ੍ਰਤੀਤ ਹੋਇਆ ਜਿਵੇਂ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੋਵੇ, ਜਿਵੇਂ ਕੋਈ ਅਨਹੋਣੀ ਵਾਪਰ ਗਈ ਹੋਵੇ ਅਤੇ ਦਿਲ ਦਾ ਕੋਈ ਖਾਸ ਹਿੱਸਾ ਹੀ ਅਲੱਗਾ ਹੋ ਗਿਆ ਹੋਵੇ। ਮੈਨੂੰ ਸੁਣੀ ਖਬਰ ਉੱਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ, ਲੇਕਿਨ ਦੁਬਾਰਾ ਟੀਵੀ ਆਨ ਕੀਤਾ ਤਾਂ ਉਹ ਦੁਖਤ ਸਮਾਚਾਰ ਬਾਰ-ਬਾਰ ਦੁਹਰਾਇਆ ਜਾ ਰਿਹਾ ਸੀ। ਇਤਨੇ ਨੂੰ ਸ਼ਹਿਰ ਦੇ ਕੁਝ ਸੱਜਣਾਂ ਦੇ ਫੋਨ ਵੀ ਆਉਣੇ ਸ਼ੁਰੂ ਹੋ ਗਏ ਕਿ ਇਹ ਕੀ ਭਾਣਾ ਵਾਪਰ ਗਿਆ, ਕੀ ਸੱਚਮੁੱਚ ਮਸਕੀਨ ਜੀ ਸਦੀਵੀ ਵਿਛੋੜਾ ਦੇ ਗਏ ਹਨ? ਉਹਨਾਂ ਦੇ ਤੁਰ ਜਾਣ ਨਾਲ ਪੰਥ ਨੂੰ ਪਿਆ ਘਾਟਾ ਕਿਵੇਂ ਪੂਰਾ ਹੋਵੇਗਾ? ਨਿਰਸੰਦੇਹ ਗਿਆਨੀ ਸੰਤ ਸਿੰਘ ਜੀ ਮਸਕੀਨ ਅਜੋਕੇ ਸਮੇਂ ਦੇ ਮਹਾਨਤਮ ਵਿਦਵਾਨ, ਗੁਰਮਤਿ ਦੇ ਲਾਸਾਨੀ ਵਿਆਖਿਆਕਾਰ, ਬੇਲਾਗ ਤੇ ਬੇਦਾਗ ਸ਼ਖਸੀਅਤ ਦੇ ਸੁਆਮੀ, ਕੌਮ ਦੀ ਮਾਇਆ ਨਾਜ਼ ਹਸਤੀ, ਅਣਥੱਕ ਬੁਲਾਰੇ ਅਤੇ ਕਲਮ ਦੇ ਧਨੀ ਸਨ, ਜੋ ਜੀਵਨ ਭਰ ਪੰਥ ਦੀ ਚੜ੍ਹਦੀ ਕਲਾ ਲਈ ਲਗਨਸ਼ੀਲ ਰਹੇ ਅਤੇ ਜਿਨ੍ਹਾਂ ਨੇ ਦੇਸ਼ ਵਿਦੇਸ਼ ਵਿੱਚ ਗੁਰਮਤਿ ਦੇ ਪ੍ਰਚਾਰ ਤੇ ਪਸਾਰ ਲਈ ਅਹਿਮ ਯੋਗਦਾਨ ਪਾਇਆ। ਗੁਰੂ ਦੀ ਮਿਹਰ ਸਦਕਾ ਸਿੱਖ ਵਿਦਵਾਨਾਂ ਅਤੇ ਕਥਾਕਾਰਾਂ ਦੀ ਕੌਮ ਵਿੱਚ ਕੋਈ ਘਾਟ ਨਹੀਂ, ਅੱਗੋਂ ਵੀ ਬਹੁਤੇਰੇ ਹੋਣਗੇ, ਲੇਕਿਨ ਮਸਕੀਨ ਜੀ ਵਰਗਾ ਆਲਮ ਫਾਜ਼ਲ ਅਤੇ ਸਰਬ-ਗੁਣ ਸੰਪੰਨ ਦਾਰਸ਼ਨਿਕ ਤੇ ਬੁਲਾਰਾ ਪਤਾ ਨਹੀਂ ਦੁਬਾਰਾ ਕਦੋਂ ਪ੍ਰਾਪਤ ਹੋ ਸਕੇਗਾ। ਆਪ ਜੀ ਦੀ ਘਾਟ ਲੰਬਾ ਸਮਾਂ ਮਹਿਸੂਸੀ ਜਾਂਦੀ ਰਹੇਗੀ। ਹਾਏ ਗੁਲਚੀਨ ਅਜ਼ਲ क्या तुझसे नादानी हुई, फूल वो तोड़ा कि गुलशन भर में वीरानी हुई। ਮਸਕੀਨ ਜੀ ਨਾਲ ਦਾਸ ਦੀ ਸਾਂਝ ਕੋਈ 30 ਕੁ ਸਾਲ ਪੁਰਾਣੀ ਹੈ। 3 ਦਹਾਕਿਆਂ ਦੇ ਸਫ਼ਰ ਦੌਰਾਨ ਅਨੇਕਾਂ ਵਾਰ ਆਪ ਜੀ ਨੂੰ ਮਿਲਣ ਅਤੇ ਦਿਲ ਦੀਆਂ ਗੱਲਾਂ ਕਹਿਣ ਸੁਣਨ ਦਾ ਅਵਸਰ ਮਿਲਿਆ, ਪਰੰਤੂ ਗੁਰਮਤਿ ਪ੍ਰਕਾਸ਼ ਦੇ ਪਾਠਕਾਂ ਨਾਲ ਕੁਝ ਕੁ ਯਾਦਾਂ ਹੀ ਸਾਂਝੀਆਂ ਕਰ ਰਿਹਾ ਹਾਂ। ਸਾਲ 1974 ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੱਕੀ ਸਰਵਿਸ ਵਿੱਚ ਸਾਂ। ਇਸ ਤੋਂ ਪਹਿਲਾਂ ਮੈਂ ਗਿਆਨੀ ਗੁਰਦਿੱਤ ਸਿੰਘ ਜੀ ਦੇ ਸਪਤਾਹਕ ਪੇਪਰ ਪ੍ਰਕਾਸ਼ ਵਿੱਚ ਕੰਮ ਕਰ ਚੁੱਕਾ ਸਾਂ ਅਤੇ ਗੁਰਦੁਆਰਾ ਬੋਰਡ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ ਜਾਰੀ ਹੋਣ ਵਾਲੇ ਧਾਰਮਿਕ ਰਸਾਲੇ ਸੱਚਖੰਡ ਪੱਤਰ ਦੀ ਸੰਪਾਦਕੀ ਸੇਵਾ ਸੰਭਾਲਣ ਲਈ ਵੀ ਨਿਯੁਕਤੀ ਪੱਤਰ ਆ ਚੁੱਕਾ ਸੀ। ਇੱਕ ਦਿਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਮਸਕੀਨ ਜੀ ਮਿਲੇ ਤਾਂ ਜਿੱਥੇ ਮੈਂ ਉਹਨਾਂ ਨੂੰ ਆਪਣੇ ਪੱਤਰਕਾਰੀ ਦੇ ਸ਼ੌਕ, ਮੌਜੂਦਾ ਸਰਵਿਸ ਅਤੇ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਆਫਰ ਬਾਰੇ ਦੱਸਿਆ, ਉੱਥੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰੀ ਦਿਵਾਉਣ ਬਾਰੇ ਵੀ ਜ਼ਿਕਰ ਕੀਤਾ। ਮੈਨੂੰ ਪਤਾ ਸੀ ਕਿ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਡਾਕਟਰ ਇੰਦਰਜੀਤ ਸਿੰਘ ਜੀ ਮਸਕੀਨ ਜੀ ਦੇ ਭਾਰੀ ਪ੍ਰਸ਼ੰਸਕ ਹਨ ਅਤੇ ਮਸਕੀਨ ਜੀ ਅਨੇਕਾਂ ਗੁਰਸਿੱਖ ਨੌਜਵਾਨਾਂ ਨੂੰ ਬੈਂਕ ਵਿੱਚ ਨੌਕਰੀ ਦਿਵਾ ਚੁੱਕੇ ਹਨ। ਲੇਕਿਨ ਮਸਕੀਨ ਜੀ ਨੇ ਮੈਨੂੰ ਜੋ ਮਸ਼ਵਰਾ ਦਿੱਤਾ, ਉਸਨੇ ਮੇਰੀ ਜੀਵਨ ਧਾਰਾ ਹੀ ਬਦਲ ਕੇ ਰੱਖ ਦਿੱਤੀ। ਆਪ ਜੀ ਨੇ ਕਿਹਾ ਕਿ ਬੈਂਕ ਦੀ ਸਰਵਿਸ ਤਾਂ ਮਿਲ ਹੀ ਜਾਵੇਗੀ, ਪਰੰਤੂ ਇੱਥੇ ਤੂੰ ਇੱਕ ਭੀੜ ਵਿੱਚ ਸ਼ਾਮਲ ਹੋ ਕੇ ਰਹਿ ਜਾਵੇਂਗਾ।
ਜਦੋਂ ਕਿ ਪੰਥ ਦੇ ਇੱਕ ਤਖਤ ਵੱਲੋਂ ਜਾਰੀ ਧਾਰਮਿਕ ਪੱਤਰ ਦੀ ਸੇਵਾ ਦਾ ਅਲੱਗ ਹੀ ਨਜ਼ਾਰਾ ਹੋਵੇਗਾ ਅਤੇ ਕੌਮੀ ਸੇਵਾ ਦੇ ਨਾਲ-ਨਾਲ ਤੇਰੀ ਆਪਣੀ ਵੀ ਪਹਿਚਾਣ ਬਣੇਗੀ। ਮੈਂ ਤੁਰੰਤ ਯੂਨੀਵਰਸਿਟੀ ਦੀ ਸੇਵਾ ਛੱਡ ਕੇ ਹਜ਼ੂਰ ਸਾਹਿਬ ਜਾਣ ਦਾ ਮਨ ਬਣਾ ਲਿਆ। ਜੇਕਰ ਉਦੋਂ ਮੈਂ ਮਸਕੀਨ ਜੀ ਦੇ ਮਸ਼ਵਰੇ ਨੂੰ ਨਾ ਮੰਨ ਕੇ ਬੈਂਕ ਵਿੱਚ ਚਲਾ ਜਾਂਦਾ ਤਾਂ ਕਾਰਾਂ ਤੇ ਕੋਠੀਆਂ ਦਾ ਮਾਲਕ ਤਾਂ ਬੇਸ਼ੱਕ ਬਣ ਜਾਂਦਾ, ਲੇਕਿਨ ਜਮ੍ਹਾਂ ਖਰਚ ਕਰਨ ਵਾਲਾ ਦਫ਼ਤਰ ਦਾ ਬਾਬੂ ਹੀ ਸਾਰੀ ਉਮਰ ਬਣੇ ਰਹਿਣਾ ਸੀ ਅਤੇ ਜੋ ਥੋੜ੍ਹੀ ਬਹੁਤ ਪੰਥਕ ਸੇਵਾ ਕਰ ਸਕਿਆ ਹਾਂ, ਇਸ ਤੋਂ ਮਹਿਰੂਮ ਰਹਿ ਜਾਣਾ ਸੀ। ਇਸ ਲਈ ਮੇਰੀ ਜੀਵਨ ਸ਼ੈਲੀ ਨੂੰ ਨਵਾਂ ਮੋੜ ਦੇਣ ਵਿੱਚ ਮਸਕੀਨ ਜੀ ਦਾ ਹੱਥ ਹੈ। ਉਦੋਂ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਅਤੇ ਦੁਸਹਿਰੇ ਸਮੇਂ ਹੀ ਵਿਸ਼ੇਸ਼ ਸੱਜ ਧੱਜ ਹੋਇਆ ਕਰਦੀ ਸੀ, ਜਦੋਂ ਕਿ ਉੱਥੇ ਨਾਲ ਸੰਬੰਧਿਤ ਦੋ ਅਹਿਮ ਦਿਹਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਨਸ਼ੀਨੀ ਦਿਵਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਸਾਧਾਰਨ ਰੂਪ ਵਿੱਚ ਹੀ ਮਨਾਏ ਜਾਂਦੇ ਸਨ। ਇਹਨਾਂ ਇਤਿਹਾਸਕ ਪੁਰਬਾਂ ਨੂੰ ਵਿਸ਼ਾਲ ਪੱਧਰ ਉੱਤੇ ਮਨਾਉਣ ਦਾ ਉਦਮ ਪਹਿਲੀ ਵਾਰ 1975-76 ਵਿੱਚ ਕੀਤਾ ਗਿਆ, ਜਿਸ ਵਿੱਚ ਗੁਰਦੁਆਰਾ ਬੋਰਡ ਦੇ ਸੁਪਰਿੰਟੈਂਡੈਂਟ ਸਰਦਾਰ ਰਲਾ ਸਿੰਘ ਜੀ ਨੇ ਮੁੱਖ ਭੂਮਿਕਾ ਨਿਭਾਈ ਅਤੇ ਸ਼ਹਿਰ ਦੇ ਐਨ ਵਿਚਕਾਰ ਆਕਰਸ਼ਕ ਪੰਡਾਲ ਸਜਾ ਕੇ ਗੁਰਪੁਰਬ ਮਨਾਏ ਗਏ। ਉਦੋਂ ਇਲਾਕੇ ਦੀਆਂ ਸੰਗਤਾਂ ਨੇ ਪਹਿਲੀ ਵਾਰ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਰਾਂ ਨੂੰ 5 ਦਿਨ ਸਵੇਰੇ ਸ਼ਾਮ ਦੇ ਦੀਵਾਨਾਂ ਵਿੱਚ ਖੁੱਲ੍ਹੇ ਤੌਰ ਤੇ ਸੁਣਿਆ ਅਤੇ ਗੁਰਮਤਿ ਵਿਚਾਰਾਂ ਦੀ ਪੇਸ਼ਕਾਰੀ ਦੀ ਇਤਨੀ ਪ੍ਰਸ਼ੰਸਾ ਕੀਤੀ ਕਿ ਆਪ ਜੀ ਨੂੰ ਹਰ ਸਾਲ ਹੀ ਉਚੇਚੀ ਬੇਨਤੀ ਕਰਕੇ ਬੁਲਾਇਆ ਜਾਣ ਲੱਗਾ ਅਤੇ ਆਪ ਜੀ ਵੀ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਨ ਨੂੰ ਆਪਣੀ ਖੁਸ਼ਨਸੀਬੀ ਸਮਝਦੇ। 10-12 ਸਾਲ ਇਹ ਪ੍ਰੋਗਰਾਮ ਉਲੀਕਣ, ਬੁਲਾਰਿਆਂ ਨੂੰ ਸਮਾਂ ਦੇਣ ਅਤੇ ਭੇਟਾਵਾਂ ਨਿਸ਼ਚਿਤ ਕਰਨ ਵਿੱਚ ਦਾਸ ਦਾ ਅਹਿਮ ਰੋਲ ਰਿਹਾ। ਮਸਕੀਨ ਜੀ ਦੀ ਇੱਕ ਵਿਸ਼ੇਸ਼ਤਾ ਇਹ ਵੀ ਰਹੀ ਕਿ ਨਾ ਤਾਂ ਉਹਨਾਂ ਨੇ ਵਧੇਰੇ ਬੁਲਾਰਿਆਂ, ਰਾਗੀਆਂ, ਢਾਡੀਆਂ ਤੇ ਕਥਾਕਾਰਾਂ ਆਦਿ ਵਾਂਗ ਕੋਈ ਨਿਸ਼ਚਿਤ ਭੇਟਾ ਮੰਗੀ ਅਤੇ ਨਾ ਹੀ ਦਿੱਤੀ ਗਈ ਭੇਟਾ ਨੂੰ ਕਦੀ ਗਿਣਿਆ ਹੀ, ਬਲਕਿ ਜੋ ਪਿਆਰ ਭੇਟਾ ਦੇਣੀ ਧੰਨਵਾਦ ਕਹਿ ਕੇ ਜੈਕਟ ਦੀ ਜੇਬ ਵਿੱਚ ਪਾ ਲੈਣੀ, ਜਦੋਂ ਕਿ ਕਈ ਸੱਜਣ ਤਾਂ 2-2 ਵਾਰ ਨੋਟਾਂ ਨੂੰ ਪੁੱਠੇ ਸਿੱਧੇ ਕਰਕੇ ਗਿਣਦੇ ਸਨ ਅਤੇ ਵਧੇਰੇ ਭੇਟਾ ਦੀ ਮੰਗ ਲਈ ਹਰ ਵਾਰੀ ਭਾਰੀ ਉਦਮ ਵੀ ਮਚਾਇਆ ਕਰਦੇ ਸਨ। ਮਸਕੀਨ ਜੀ ਨਿਰੇ ਪੁਰੇ ਨਾਮ ਦੇ ਹੀ ਮਸਕੀਨ ਨਹੀਂ ਸਨ, ਸਗੋਂ ਉਹਨਾਂ ਨੇ ਗਰੀਬੀ, ਗਧਾ ਅਤੇ ਮਸਕੀਨੀ ਦੀ ਅਵਸਥਾ ਨੂੰ ਆਪਣੇ ਜੀਵਨ ਦਾ ਅਹਿਮ ਅੰਗ ਬਣਾਇਆ ਹੋਇਆ ਸੀ। ਆਪ ਜੀ ਉੱਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸੀ। ਬੇਸ਼ੱਕ ਆਯੂ ਦੀ ਪਹਿਲੀ ਅਵਸਥਾ ਤੰਗੀਆਂ ਤੁਰਸ਼ੀਆਂ ਵਿੱਚ ਗੁਜ਼ਰੀ ਸੀ, ਲੇਕਿਨ ਬਾਅਦ ਵਿੱਚ ਜਿਉਂ-ਜਿਉਂ ਆਪ ਜੀ ਦੁਆਰਾ ਕੀਤੇ ਕਥਾ ਵਿਖਿਆਨਾਂ ਦੀ ਮਹਿਮਾ ਪਸਰੀ, ਲక్ష్ਮੀ ਵੀ ਮੀਂਹ ਦੀ ਤਰ੍ਹਾਂ ਬਰਸਣ ਲੱਗੀ। ਆਮ ਵੇਖਣ ਵਿੱਚ ਆਇਆ ਹੈ ਕਿ ਜਦੋਂ ਕਿਸੇ ਕੋਲ 4 ਪੈਸੇ ਹੋਰ ਜਾਣ ਤਾਂ ਜਿੱਥੇ ਉਹ ਦੇਣਹਾਰ ਦਾਤਾਰ ਨੂੰ ਵਿਸਰ ਜਾਂਦਾ ਹੈ, ਉੱਥੇ ਆਪਸ ਕਉ ਦੀਰਘ ਕਰ ਜਾਣੈ ਔਰਨ ਕਉ ਲਗਮਾਤ ਅਨੁਸਾਰ ਦੂਜਿਆਂ ਨੂੰ ਤੁੱਛ ਕਰਕੇ ਜਾਣਦਾ ਹੈ। ਪਰੰਤੂ ਮਸਕੀਨ ਜੀ ਵਿੱਚ ਹਉਮੈ ਰੰਚਕ ਮਾਤਰ ਵੀ ਨਹੀਂ ਸੀ। ਆਪ ਜੀ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਵੀ ਰਹੀ ਕਿ ਜਿੱਥੇ ਹੋਰ ਪ੍ਰਚਾਰਕ ਦੇਸ਼ ਵਿਦੇਸ਼ ਤੋਂ ਲਿਆਂਦੀ ਮਾਇਆ ਨੂੰ ਜਾਇਦਾਦ ਖਰੀਦਣ ਜਾਂ ਬੈਂਕ ਲਾਕਰ ਭਰਨ ਤੱਕ ਹੀ ਮਹਿਦੂਦ ਰੱਖਦੇ ਸਨ, ਉੱਥੇ ਮਸਕੀਨ ਜੀ ਨੇ ਮਾਇਆ ਨੂੰ ਸਫਲ ਕਰਨ ਲਈ ਗੁਰਮਤਿ ਸਮਾਗਮ ਕਰਨ ਦੀ ਸੁਚੱਜੀ ਪ੍ਰਪਾਟੀ ਸ਼ੁਰੂ ਕੀਤੀ, ਜਿਸ ਤੋਂ ਪ੍ਰੇਰਨਾ ਲੈ ਕੇ ਅੱਜ ਵੀ ਪੰਥ ਪ੍ਰਸਿੱਧ ਕੀਰਤਨੀਏ, ਕਥਾਕਾਰ ਤੇ ਉਪਦੇਸ਼ਕ ਵੀ ਵੱਖ-ਵੱਖ ਥਾਈਂ ਸਾਲਾਨਾ ਗੁਰਮਤਿ ਸਮਾਗਮ ਕਰਨ ਲੱਗ ਪਏ ਹਨ। ਇਹ ਪਿਰਤ ਵੀ ਮਸਕੀਨ ਜੀ ਦੀ ਹੀ ਪਾਈ ਹੋਈ ਹੈ। ਆਪ 1, 2, 3 ਮਾਰਚ ਨੂੰ ਅਲਵਰ ਵਿਖੇ ਸਾਲਾਨਾ ਗੁਰਮਤਿ ਸਮਾਗਮ ਆਯੋਜਿਤ ਕਰਦੇ, ਜਦੋਂ ਕਿ
ਪੰਥ ਦੇ ਉੱਘੇ ਕੀਰਤਨੀਏ, ਕਥਾਕਾਰ ਤੇ ਕਵੀ ਜਨ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੂੰ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਦੇ। ਇਹਨਾਂ ਸਮਾਗਮਾਂ ਦੀ ਬੜੀ ਮਹਿਮਾ ਸੁਣੀ ਹੋਈ ਸੀ ਅਤੇ ਨਿੱਜੀ ਰੂਪ ਵਿੱਚ ਪਹੁੰਚ ਕੇ ਆਨੰਦ ਮਾਣਨ ਦਾ ਅਵਸਰ ਲੋਚ ਰਿਹਾ ਸਾਂ। ਆਖਰ ਉਹ ਸਮਾਂ ਵੀ ਆਣ ਪੁੱਜਾ ਅਤੇ 1980 ਦੇ ਕਰੀਬ 1, 2, 3 ਮਾਰਚ ਦੇ ਸਮਾਗਮਾਂ ਸਮੇਂ ਅਲਵਰ ਜਾਣ ਦਾ ਪਹਿਲੀ ਵੇਰ ਢੋ ਬਣਿਆ। ਅਲਵਰ ਰਾਜਸਥਾਨ ਦਾ ਇੱਕ ਇਤਿਹਾਸਕ ਰਿਆਸਤੀ ਨਗਰ ਹੈ, ਜਿਸ ਦੇ ਮਹੱਲਾ ਸੀਸ ਗ੍ਰਾਮ ਵਿਖੇ ਮਸਕੀਨ ਜੀ ਦੀ ਰਿਹਾਇਸ਼ ਸੀ ਅਤੇ ਇਸ ਦੇ ਨਾਲ ਹੀ ਸਮਾਗਮ ਅਸਥਾਨ ਬਣਾਇਆ ਗਿਆ ਸੀ। ਲੇਕਿਨ ਦਿਨੋ ਦਿਨ ਸੰਗਤਾਂ ਦੀ ਵੱਧ ਰਹੀ ਆਮਦ ਅਤੇ ਪਾਰਕਿੰਗ ਦੀ ਭਾਰੀ ਮੁਸ਼ਕਲ ਕਾਰਨ ਇੱਥੋਂ 12 ਕਿਲੋਮੀਟਰ ਦੂਰ ਮਥੁਰਾ ਫਾਟਕ ਨੇੜੇ ਰਾਜਗੜ੍ਹ ਬਾਈਪਾਸ ਤੇ ਨਵਾਂ ਵਿਸ਼ਾਲ ਸਮਾਗਮ ਅਸਥਾਨ ਉਸਾਰਿਆ ਗਿਆ ਸੀ। ਜਿਸ ਸਾਲ ਮਸਕੀਨ ਜੀ ਦੀ ਯਾਦ ਵਿੱਚ 3 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਦਾਸ ਨਾਲ ਗੁਰਦੁਆਰਾ ਸੱਚਖੰਡ ਬੋਰਡ ਦੇ ਮੈਂਬਰ ਸਰਦਾਰ ਅਮਰ ਸਿੰਘ ਜੀ ਬੰਗਈ ਅਤੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ ਕਰਨਾਟਕ ਦੇ ਜਨਰਲ ਸਕੱਤਰ ਸਰਦਾਰ ਸੁੰਦਰ ਸਿੰਘ ਜੀ ਹਜੂਰੀਆ ਵੀ ਸਨ। ਅਸੀਂ ਮੁਹੱਲਾ ਸੀਸ ਗ੍ਰਾਮ ਵਿਖੇ ਪੁੱਜੇ ਤਾਂ ਮਸਕੀਨ ਜੀ ਸਮਾਗਮ ਦੇ ਪ੍ਰਬੰਧਾਂ ਵਿੱਚ ਜੁਟੇ ਹੋਏ ਸਨ। ਆਉਣ ਵਾਲੇ ਗੁਰੂ ਘਰ ਦੇ ਕੀਰਤਨੀਆਂ, ਕਥਾਕਾਰਾਂ, ਗਿਆਨੀਆਂ ਅਤੇ ਹੋਰ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਆਦਿ ਦੇ ਸਭ ਇੰਤਜ਼ਾਮ ਮਸਕੀਨ ਜੀ ਬੜੇ ਚਾਅ ਨਾਲ ਕਰ ਰਹੇ ਸਨ। ਮਸਕੀਨ ਜੀ ਨੇ ਸਾਡਾ ਬੜਾ ਨਿੱਘਾ ਸਵਾਗਤ ਕੀਤਾ, ਚਾਹ ਪਾਣੀ ਛਕਾਇਆ ਅਤੇ ਕਿਹਾ, ਜੇਕਰ ਆਪ ਜੀ ਨੂੰ ਸ਼ਹਿਰ ਵਿੱਚ ਕਿਸੇ ਦੇ ਘਰ ਠਹਿਰਾ ਦਈਏ ਤਾਂ ਬੁਰਾ ਤਾਂ ਨਹੀਂ ਮਨਾਓਗੇ। ਇੱਥੇ ਰਿਹਾਇਸ਼ ਦੀ ਕੁਝ ਦਿੱਕਤ ਜਿਹੀ ਹੈ, ਪਰੰਤੂ ਆਪ ਉੱਥੇ ਵਧੇਰੇ ਸੌਖੇ ਰਹੋਗੇ। ਹਾਂ, ਸਵੇਰੇ ਸ਼ਾਮ ਸਮਾਗਮ ਵਿੱਚ ਆਉਣ ਜਾਣ ਦੀ ਜ਼ਰੂਰ ਖੇਚਲ ਹੋਵੇਗੀ। ਅਸੀਂ 3-4 ਦਿਨ ਅਲਵਰ ਜਿਸ ਗੁਰਮੁਖ ਪਰਿਵਾਰ ਦੇ ਘਰ ਰਹੇ, ਉਸਨੇ ਆਪਣਿਆਂ ਤੋਂ ਵੀ ਵੱਧ ਕੇ ਸੇਵਾ ਕੀਤੀ ਅਤੇ ਹਰ ਤਰ੍ਹਾਂ ਦਾ ਖਿਆਲ ਰੱਖਿਆ। ਫਿਰ ਵੀ ਅੰਤ ਤੀਕ ਖਿਮਾ ਮੰਗਦੇ ਰਹੇ ਕਿ ਜੇਕਰ ਟਹਿਲ ਸੇਵਾ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਨਜ਼ਰ ਅੰਦਾਜ਼ ਕਰ ਦੇਣਾ। ਇਹਨਾਂ ਸਮਾਗਮਾਂ ਦੌਰਾਨ ਜੋ ਖਾਸ ਗੱਲ ਵੇਖੀ ਉਹ ਇਹ ਕਿ ਮਸਕੀਨ ਜੀ ਦੇ ਘਰ ਸਮਾਗਮ ਹੋ ਰਿਹਾ ਸੀ। ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜੀਆਂ ਹੋਈਆਂ ਸਨ। ਪੰਥ ਦੇ ਤਕਰੀਬਨ ਸਭ ਸ਼੍ਰੋਮਣੀ ਵਿਦਵਾਨ, ਕਥਾਕਾਰ ਤੇ ਕੀਰਤਨੀਆਂ ਵੀ ਹਾਜ਼ਰ ਸਨ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਚੇਤ ਸਿੰਘ ਜੀ ਵੀ ਪੁੱਜੇ ਹੋਏ ਸਨ। ਜੇਕਰ ਮਸਕੀਨ ਜੀ ਚਾਹੁੰਦੇ ਤਾਂ ਸਵੇਰੇ ਸ਼ਾਮ ਭਰੇ ਦੀਵਾਨ ਵਿੱਚ ਪ੍ਰਾਈਮ ਟਾਈਮ ਸਮੇਂ ਸੰਗਤਾਂ ਦੇ ਰੂਬਰੂ ਹੋ ਕੇ ਗੁਰਮਤਿ ਵਿਚਾਰਾਂ ਸਾਂਝੀਆਂ ਕਰ ਸਕਦੇ ਸਨ। ਲੇਕਿਨ ਆਪ ਇੱਕ ਵਾਰ ਵੀ ਮਾਈਕ ਤੇ ਨਾ ਆਏ, ਬਲਕਿ ਸਮੂਹ ਬੁਲਾਰਿਆਂ ਨੂੰ ਸਰਵਣ ਕਰਨ ਵਿੱਚ ਹੀ ਖੁਸ਼ੀ ਮਹਿਸੂਸ ਕਰਦੇ ਰਹੇ। ਹਾਂ, ਬੁਲਾਰਿਆਂ ਨੂੰ ਪੇਸ਼ਕਾਰੀ ਉਪਰੰਤ ਸਿਰੋਂ ਪਾਉ ਦੇਣ ਲਈ ਜ਼ਰੂਰ ਸਟੇਜ ਤੇ ਆਉਂਦੇ ਰਹੇ। ਮੈਨੂੰ ਵੀ ਕਵਿਤਾ ਕਹਿਣ ਲਈ ਕਿਹਾ ਗਿਆ, ਜਿਸ ਉਪਰੰਤ ਮਸਕੀਨ ਜੀ ਨੇ ਬੜੇ ਪਿਆਰ ਸਹਿਤ ਸਿਰੋਂ ਪਾਉ ਗਲ ਵਿੱਚ ਪਾਇਆ ਅਤੇ ਥਾਪੜਾ ਵੀ ਦਿੱਤਾ। ਇੰਜ ਹੀ ਲੰਗਰ ਵਿੱਚ ਵੀ ਆਪ ਹਾਜ਼ਰ ਰਹਿ ਕੇ ਮਸਕੀਨ ਜੀ ਸਭ ਪ੍ਰਬੰਧ ਵੇਖਦੇ ਅਤੇ ਸਿੱਖ ਸੰਗਤਾਂ ਦੀ ਸੇਵਾ ਕਰਕੇ ਅਜਬ ਜਿਹਾ ਚਾਉ ਮਹਿਸੂਸ ਕਰਦੇ। ਇਹ ਆਪ ਜੀ ਦੀ ਮਸਕੀਨੀ ਤੇ ਹਲੀਮੀ ਦੀ ਪ੍ਰਤੱਖ ਉਦਾਹਰਨ ਸੀ। ਮਸਕੀਨ ਜੀ ਗੁਰੂ ਘਰ ਦੇ ਟਹਿਲੂਆਂ, ਗੁਰੂ ਦੀ ਗੱਲ ਕਹਿਣ ਵਾਲੇ ਬੁਲਾਰਿਆਂ, ਲਿਖਾਰੀਆਂ, ਕਵੀਆਂ ਤੇ ਕਵੀਸ਼ਰਾਂ ਦੇ ਖਾਸ ਪ੍ਰਸ਼ੰਸਕ ਸਨ। ਜਦੋਂ ਮੈਂ ਮਸਕੀਨ ਜੀ ਨੂੰ ਆਪਣਾ ਲੇਖ ਸੰਗ੍ਰਹਿ ਸਿੱਖੀ ਸਿਦਕ ਵਾਚਣ ਹਿੱਤ ਭੇਜਿਆ ਤਾਂ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਕਰਦੇ ਹੋਏ ਜੋ ਸ਼ਬਦ ਲਿਖ ਭੇਜੇ, ਉਹਨਾਂ ਨੇ ਹੋਰ ਵਧੇਰੇ ਤੇ ਪ੍ਰਮਾਣਿਕ ਲਿਖਣ ਲਈ ਜੋ ਮੇਰਾ ਹੌਸਲਾ ਵਧਾਇਆ ਉਹ ਮੈਂ ਹੀ ਜਾਣਦਾ ਹਾਂ। ਆਪ ਜੀ ਦੇ ਇਹ ਅਮੋਲਕ ਸ਼ਬਦ ਮੈਂ ਬਾਣੀ ਗੁਰੂ ਰਾਮਦਾਸ ਜੀ ਇੱਕ ਅਧਿਐਨ ਦੇ ਕਵਰ ਉੱਤੇ ਵੀ ਬਾਅਦ ਵਿੱਚ ਪ੍ਰਿੰਟ ਕੀਤੇ ਸਨ। ਇਹ ਸ਼ਬਦ ਸਨ,
ਤੁਹਾਡੀ ਕਲਮ ਬਹੁਤ ਸੋਹਣਾ ਬੋਲਦੀ ਹੈ। ਕਦੀ ਕਦੀ ਪ੍ਰਿਥਵੀ ਉੱਤੇ ਸਾਹਿਤਕਾਰ ਦੀ ਕਲਮ ਬੋਲਦੀ ਹੈ। ਤੁਹਾਡੀ ਕਲਮ ਗਿਆਨ ਸਰੂਪ ਹੈ। ਮਸਕੀਨ ਜੀ ਦੀ ਉਪਰੋਕਤ ਲਿਖਤ ਨੂੰ ਮੈਂ ਬਹੁਤ ਹੀ ਸਾਂਭ ਕੇ ਰੱਖਿਆ ਹੋਇਆ ਹੈ, ਜੋ ਮੇਰੇ ਲਈ ਕਿਸੇ ਯੂਨੀਵਰਸਿਟੀ ਤੋਂ ਘੱਟ ਨਹੀਂ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜ ਕੇ ਦੀਵਾਲੀ ਤੀਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਕਥਾ ਕਰਨ ਦਾ ਜੋ ਨੇਮ ਆਪ ਜੀ ਨੇ ਬਣਾਇਆ, ਉਸ ਨੂੰ ਤਾਜ ਜ਼ਿੰਦਗੀ ਨਿਭਾਇਆ। ਆਪ ਜੀ ਨਾਲ ਆਖਰੀ ਮੁਲਾਕਾਤ ਵੀ ਪਿਛਲੇ ਸਾਲ ਦੇ ਇਨ੍ਹਾਂ ਸਮਾਗਮਾਂ ਦੌਰਾਨ ਹੀ ਹੋਈ। ਮਸਕੀਨ ਜੀ ਗੁਰੂ ਚਿੰਤਨ, ਗੁਰੂ ਜੋਤੀ, ਤੀਜਾ ਨੇਤਰ, ਚੌਥਾ ਪਦ, ਪੰਚ ਪ੍ਰਵਾਨ, ਖਟ ਦਰਸ਼ਨ, ਪ੍ਰਭੂ ਸਿਮਰਨ ਆਦਿਕ ਵਿਦਵਤਾ ਭਰਪੂਰ ਪੁਸਤਕਾਂ ਦੇ ਲੇਖਕ ਹਨ। ਅਸਾਂ ਗੁਰਮਤਿ ਪ੍ਰਕਾਸ਼ ਵਿੱਚ ਆਪ ਜੀ ਦੀ ਲੇਖ ਲੜੀ ਪ੍ਰਕਾਸ਼ਿਤ ਕਰਨੀ ਸ਼ੁਰੂ ਕਰ ਦਿੱਤੀ ਸੀ, ਲੇਕਿਨ ਇਸ ਸਾਲ ਆਪ ਜੀ ਦੀਆਂ ਕੁਝ ਹਿੰਦੀ ਪੁਸਤਕਾਂ ਵੇਖਣ ਵਿੱਚ ਆਈਆਂ ਤਾਂ ਹਿੰਦੀ ਦੇ ਪ੍ਰਕਾਸ਼ਨ ਗੁਰਮਤਿ ਗਿਆਨ ਲਈ ਉਪਯੋਗੀ ਜਾਣ ਕੇ ਮਸਕੀਨ ਜੀ ਨੂੰ ਇੱਕ ਨੋਟ ਲਿਖ ਭੇਜਿਆ ਤਾਂ ਆਪ ਜੀ ਨੇ ਤੁਰੰਤ ਲੋੜੀਂਦੀਆਂ ਪੁਸਤਕਾਂ ਘੱਲ ਦਿੱਤੀਆਂ। ਇੱਕ ਦਿਨ ਪੁਸਤਕਾਂ ਦਾ ਧੰਨਵਾਦ ਕਰਨ ਅਤੇ ਮਿਲਣ ਦੇ ਬਹਾਨੇ ਆਪ ਜੀ ਵੱਲੋਂ ਗੁਰਦੁਆਰਾ ਬਾਬਾ ਅਟੱਲ ਜੀ ਪਾਸ ਬਣਾਈ ਮਸਕੀਨ ਕੁਟੀਆ ਜਾ ਪੁੱਜਾ ਤਾਂ ਵੇਖ ਕੇ ਹੈਰਾਨ ਰਹਿ ਗਿਆ ਕਿ ਇੱਥੇ ਵੀ ਸੰਗਤਾਂ ਤੇ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੋਇਆ ਸੀ। ਗੁਰੂ ਕਾ ਅਤੁੱਟ ਲੰਗਰ ਵਰਤ ਰਿਹਾ ਸੀ ਅਤੇ ਆਪ ਜੀ ਇੱਕ ਪਾਸੇ ਬੈਠੇ ਆਏ ਸੱਜਣਾਂ ਦੇ ਸ਼ੰਕੇ ਬੜੇ ਹੀ ਸਹਿਜ ਢੰਗ ਨਾਲ ਨਿਵਰਤ ਕਰ ਰਹੇ ਸਨ। ਉਹਨਾਂ ਵੱਲੋਂ ਵਿਹਲੇ ਹੋਏ ਤਾਂ ਮੇਰੇ ਤੋਂ ਪੁੱਛ ਕੀਤੀ ਕਿ ਕੁਝ ਪੁਸਤਕਾਂ ਭੇਜੀਆਂ ਸਨ, ਕੀ ਮਿਲ ਗਈਆਂ ਸਨ? ਮੈਂ ਪੁਸਤਕਾਂ ਦਾ ਧੰਨਵਾਦ ਕੀਤਾ ਤਾਂ ਕਹਿਣ ਲੱਗੇ ਕਿ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ ਬਾਰੇ ਲਿਖੀ ਪੁਸਤਕ ਵੀ ਪੜ੍ਹੀ ਹੈ। ਤਾਂ ਮੈਂ ਅਰਜ਼ ਕੀਤੀ ਕਿ ਅਮਰੀਕਾ ਵਿਖੇ ਗਿਆਨੀ ਸੂਰਤ ਸਿੰਘ ਪਾਸ ਪੜ੍ਹੀ ਸੀ ਅਤੇ ਉਹਨਾਂ ਨੇ ਆਪ ਜੀ ਵੱਲੋਂ ਸਥਾਪਿਤ ਇੰਟਰਨੈਸ਼ਨਲ ਮਿਸ਼ਨਰੀ ਸੁਸਾਇਟੀ ਦੇ ਮੈਂਬਰ ਬਣਨ ਦੀ ਸਲਾਹ ਵੀ ਦਿੱਤੀ ਸੀ। ਤਾਂ ਹੱਸ ਕੇ ਕਹਿਣ ਲੱਗੇ ਕਿ ਅਰਸ਼ੀ ਜੀ, ਆਪ ਨੂੰ ਮੈਂਬਰ ਬਣਨ ਦੀ ਕੀ ਲੋੜ ਹੈ, ਤੁਸੀਂ ਤਾਂ ਵੈਸੇ ਹੀ ਮੈਂਬਰ ਹੋ। ਹਾਂ, ਫਾਰਮ ਲੈ ਕੇ ਭਰਨਾ ਚਾਹੋ ਤਾਂ ਆਪ ਦੀ ਮਰਜ਼ੀ। ਗਿਆਨੀ ਮਸਕੀਨ ਜੀ ਐਸੇ ਮਨੁੱਖਾਂ ਵਿੱਚ ਆਉਂਦੇ ਹਨ ਜੋ ਹਰ ਪੱਖ ਤੋਂ ਸੰਪੂਰਨ ਤੇ ਸਮਰੱਥ ਸਨ। ਜਿਸ ਨੇ ਵੀ ਆਪ ਜੀ ਦੇ ਵਿਚਾਰ ਸਰਵਣ ਕੀਤੇ, ਕੋਈ ਲਿਖਤ ਪੜ੍ਹੀ ਜਾਂ ਸਿੱਧਾ ਸੰਪਰਕ ਵਿੱਚ ਆਇਆ, ਉਹਨਾਂ ਦੀ ਚੁੰਬਕੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਬਗੈਰ ਨਾ ਰਹਿ ਸਕਿਆ। ਉਸ ਦੀ ਜੀਵਨ ਧਾਰਾ ਹੀ ਬਦਲ ਗਈ। ਪੁਸਤਕਾਂ, ਟੇਪਾਂ ਅਤੇ ਕੈਸਟਾਂ ਵਿੱਚ ਜੋ ਕੀਮਤੀ ਗੁਰਮਤਿ ਸਿਧਾਂਤ ਅਤੇ ਅਮੁੱਲੀ ਸੇਧਾਂ ਆਪ ਜੀ ਕੌਮ ਨੂੰ ਦੇ ਗਏ ਹਨ, ਉਹਨਾਂ ਦੀ ਰੋਸ਼ਨੀ ਵਿੱਚ ਮੰਜ਼ਿਲੇ ਮਕਸੂਦ ਤੇ ਸਹਿਜੇ ਹੀ ਅਪੜਿਆ ਜਾ ਸਕਦਾ ਹੈ। ਅੰਤ ਵਿੱਚ ਇਹੋ ਕਹਿਣਾ ਚਾਹਾਂਗਾ, ਜ਼ਿੰਦਗੀ ਵੀਰਾਨ ਸੀ ਤੇ ਚੁੱਪ ਸਾਹਾਂ ਦੀ ਆਵਾਜ਼, ਵਕਤ ਦੇ ਖੰਡਰਾਂ 'ਚ ਕੋਈ ਗੁਣ ਗੁਣਾ ਕੇ ਤੁਰ ਗਿਆ, ਉਜੜੇ ਉਮਰ ਦੇ ਬਾਗ ਦਾ ਹੈ ਜ਼ਰਾ ਜ਼ਰਾ ਮਹਿਕਿਆ, ਕੋਈ ਸੁੱਕੇ ਬਾਗ ਵਿੱਚ ਮਹਿਕ ਖੰਡਾ ਕੇ ਤੁਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।